ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ। ਅੱਜ ਤੋਂ 40 ਸਾਲ ਪਹਿਲਾਂ ਅਜਿਹੇ ਇੱਕ ਸਮਾਗਮ ਦੇ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਆਈ, ਉਹਦੇ ਨਾਲ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਅਤੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਾਰੀਆਂ ਸੰਗਤਾਂ ਨੇ ਖੜ੍ਹੇ ਹੋ ਕੇ ਉਹਨਾਂ ਦਾ ਇਸਤਕਬਾਲ ਕੀਤਾ, ਪ੍ਰਧਾਨ ਮੰਤਰੀ ਦਾ। ਪਰੰਤੂ ਇੱਕ ਮਹਾਂਪੁਰਖ ਜਿਹੜੇ ਆਪਣੀ ਜਗ੍ਹਾ ਦੇ ਉੱਪਰ ਬੈਠੇ ਰਹੇ, ਔਰ ਉਸ ਤੋਂ ਬਾਅਦ ਜਦੋਂ ਆਪਣੇ ਵਿਚਾਰ ਪੇਸ਼ ਕਰਨ ਦੀ ਵਾਰੀ ਆਈ ਤਾਂ ਉਹਨਾਂ ਨੂੰ 6 ਮਿੰਟ ਦਾ ਸਮਾਂ ਦਿੱਤਾ ਗਿਆ ਸੀ, ਮਗਰ ਉਹ 27 ਮਿੰਟ ਤੱਕ ਆਪਣੇ ਵਿਚਾਰ ਪੇਸ਼ ਕਰਦੇ ਰਹੇ। ਔਰ ਆਪਣੇ ਜਿਸ ਟਾਈਮ ਵਿਚਾਰ ਪੇਸ਼ ਕਰਦੇ ਸੀ ਉਸ ਵਕਤ ਦੀ ਮੌਕੇ ਦੇ ਹੁਕਮਰਾਨ ਦੇ ਸਾਹਮਣੇ ਉਹਨਾਂ ਵੱਲੋਂ ਕਿਹਾ ਗਿਆ ਕਿ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛਾੜੇ ਖੇਤ। ਤਾਂ ਜਦੋਂ ਇਹ ਸੁਣ ਕੇ ਇੰਦਰਾ ਗਾਂਧੀ ਨੇ ਪੁੱਛਿਆ ਜੈਲ ਸਿੰਘ ਨੂੰ ਕਿ ਕੌਣ ਨੇ, ਤਾਂ ਗਿਆਨੀ ਜੈਲ ਸਿੰਘ ਨੇ ਕਿਹਾ ਕਿ ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ। ਮੈਂ ਸਿਰਫ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਕੀ ਸਾਨੂੰ ਉਸ ਤੋਂ ਬਾਅਦ ਕੋਈ ਅਜਿਹਾ ਲੀਡਰ ਮਿਲਿਆ? ਕੀ ਮੌਕੇ ਦੀ ਜ਼ਾਲਮ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਨ ਵਾਲਾ ਸਾਨੂੰ ਅੱਜ ਤੱਕ ਕੋਈ ਅਜਿਹਾ ਲੀਡਰ ਮਿਲਿਆ? ਨਹੀਂ ਮਿਲਿਆ। ਇਹੀ ਤਰਾਸਦੀ ਸਾਡੀ ਕੌਮ ਦੇ ਨਾਲ ਵੀ ਹੈ, ਮੁਸਲਮਾਨਾਂ ਦੇ ਨਾਲ ਵੀ ਹੈ। ਸਾਨੂੰ ਵੀ ਦੁਬਾਰਾ ਕੋਈ ਇਹੋ ਜਿਹਾ ਲੀਡਰ ਨਹੀਂ ਮਿਲਿਆ। ਜਿਸ ਟਾਈਮ ਇਸਲਾਮ ਸ਼ੁਰੂ ਹੋਇਆ, ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਸਾਹਿਬ ਦੱਸ ਕੇ ਗਏ ਨੇ ਕਿ ਕਿਵੇਂ ਜ਼ਿੰਦਗੀ ਜੀਣੀ ਹੈ। ਕੁਰਾਨ ਨਾਜ਼ਿਲ ਹੋਇਆ, ਉਹਨਾਂ ਦੀ ਜ਼ਿੰਦਗੀ ਤੋਂ ਬਾਅਦ ਜਾਂ ਸਹਾਬਾ ਦੀ ਜ਼ਿੰਦਗੀ ਤੋਂ ਬਾਅਦ ਸਾਨੂੰ ਵੀ ਖਿਲਾਫਤ ਉਸਮਾਨੀਆ ਤੋਂ ਬਾਅਦ ਕੋਈ ਹੋਰ ਲੀਡਰ ਨਹੀਂ ਮਿਲਿਆ ਹੈ। ਭਾਰਤ ਦੇ ਵਿੱਚ ਜੋ ਅੱਜ ਸਾਡੇ ਹਾਲਾਤ ਨੇ ਘੱਟ ਗਿਣਤੀਆਂ ਦੇ, ਖਾਸ ਕਰਕੇ ਮੁਸਲਮਾਨਾਂ ਦੇ, ਉਹਦਾ ਇੱਕ ਬਹੁਤ ਵੱਡਾ ਕਾਰਨ ਵੀ ਇਹੀ ਹੈ ਕਿ ਸਾਨੂੰ ਅੱਜ ਤੱਕ ਸਾਡਾ ਕੋਈ ਚੰਗਾ ਲੀਡਰ ਨਹੀਂ ਮਿਲਿਆ ਹੈ। ਮਗਰ ਸਿੱਖ ਕੌਮ ਕੋਲ 1984 ਤੱਕ ਇੱਕ ਇਹੋ ਜਿਹਾ ਲੀਡਰ ਸੀ ਕਿ ਜਿਹੜਾ ਮੌਕੇ ਦੀ ਸਰਕਾਰ, ਮੌਕੇ ਦੇ ਹੁਕਮਰਾਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦਾ ਸੀ। ਅੱਜ ਇੱਕ ਬੱਚਾ ਜਿਹੜਾ ਕਵਿਤਾ ਪੜ੍ਹ ਰਿਹਾ ਸੀ ਕਿ ਸੰਤਾਂ ਦੀ ਤਸਵੀਰ ਡਰਾਉਂਦੀ ਹੈ ਬੈਰੀ ਨੂੰ, ਔਰ ਸੰਤਾਂ ਦੀ ਤਸਵੀਰ ਨਹੀਂ ਡਰਾਉਂਦੀ, ਸੰਤਾਂ ਦੀ ਜੁਰਤ ਡਰਾਉਂਦੀ ਹੈ ਬੈਰੀ ਨੂੰ। ਸੰਤਾਂ ਦੀ ਪਵਿੱਤਰਤਾ ਡਰਾਉਂਦੀ ਹੈ, ਜੋ ਸੱਚਾਈ ਸੀ ਉਹਨਾਂ ਦੇ ਅੰਦਰ ਉਹ ਡਰਾਉਂਦੀ ਹੈ ਬੈਰੀ ਨੂੰ। ਉਹ ਕੀ ਕਹਿੰਦੇ ਸੀ? ਉਹਨਾਂ ਦੇ ਉੱਪਰ ਬਹੁਤ ਇਲਜ਼ਾਮਾਤ ਲੱਗੇ ਕਿ ਕਾਂਗਰਸ ਦੇ ਏਜੰਟ ਨੇ, ਏਜੰਸੀਆਂ ਦੇ ਏਜੰਟ ਨੇ। ਉਹਨਾਂ ਨੇ ਕੀ ਐਲਾਨ ਕੀਤਾ ਸੀ ਕਿ ਜੇ ਮੈਂ ਕਦੇ ਪ੍ਰਧਾਨਗੀ ਲਵਾਂ, ਮੈਂ ਕਦੇ MLA ਬਣਾ, ਮੈਂ ਕਦੇ MP ਬਣਾ, ਮੇਰੇ ਚੌਂਕ 'ਚ ਖੜਾ ਕੇ ਤੁਸੀਂ ਚਿੱਤਰ ਮਾਰਿਓ। ਮੈਂ ਇੱਕ ਸੇਵਕ ਹਾਂ, ਔਰ ਉਹਨਾਂ ਨੇ 10,000 ਬੰਦੇ ਨੂੰ ਅੰਮ੍ਰਿਤ ਛਕਾਇਆ। ਮੈਂ ਕਹਿੰਦਾ ਫਖਰ ਹੋਣਾ ਚਾਹੀਦਾ ਸਿੱਖ ਕੌਮ ਨੂੰ ਉਹਨਾਂ ਦੇ ਉੱਪਰ। ਔਰ ਜਿਹੜੇ ਲੋਕ ਅੱਜ ਅਸੀਂ ਇੱਥੇ ਜੁੜੇ ਹਾਂ, ਤਾਂ ਮੈਂ ਇਸ ਗੱਲ ਦਾ ਮੈਨੂੰ ਮਾਣ ਹੈ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਤੋਂ ਸਿੱਖਦੀਆਂ ਨੇ, ਉਹਦੇ ਨਾਲ ਜੁੜੀਆਂ ਰਹਿੰਦੀਆਂ ਨੇ, ਉਹਨਾਂ ਦਾ ਭਵਿੱਖ ਵੀ ਕੋਈ ਅੰਧਕਾਰ ਦੇ ਵਿੱਚ ਨਹੀਂ ਹੁੰਦਾ। ਉਹ ਆਪਣੇ ਭਵਿੱਖ ਵਾਸਤੇ ਵੀ ਚੰਗੇ ਫੈਸਲੇ ਲੈਂਦੀਆਂ ਨੇ ਜੋ ਆਪਣੇ ਇਤਿਹਾਸ ਤੋਂ ਸਿੱਖਦੀਆਂ। ਇੱਕ ਚੀਜ਼ ਦਾ ਮੈਨੂੰ ਥੋੜ੍ਹਾ ਜਿਹਾ ਸ਼ਿਕਵਾ ਹੈ, ਜੋ ਮੈਂ ਦੇਖੋ ਕਹਿ ਕੇ ਜਾਊਂਗਾ, ਜੋ ਗੱਲ ਮੇਰੇ ਦਿਲ ਦੇ ਵਿੱਚ ਹੈ, ਚਾਹੇ ਕਿਸੇ ਨੂੰ ਚੰਗੀ ਲੱਗੇ ਚਾਹੇ ਨਾ। ਮੁਸਲਮਾਨਾਂ ਬਾਰੇ ਬਹੁਤ ਕਿਹਾ ਜਾਂਦਾ ਕਿ ਅੱਜ ਦੇ ਦੌਰ ਦੇ ਵਿੱਚ ਕਿ ਜ਼ੁਲਮ ਸਹਿ ਰਹੇ ਨੇ, ਕੋਈ ਬੋਲ ਨਹੀਂ ਰਿਹਾ, ਉੱਠ ਨਹੀਂ ਰਿਹਾ, ਬਹੁਤ ਜ਼ੁਲਮ ਹੋ ਰਿਹਾ। ਲਗਾਤਾਰ ਤੁਸੀਂ ਵੀਡੀਓਜ਼ ਦੇਖੀਆਂ ਹੋਣਗੀਆਂ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਇੱਕ ਬੱਚੀ ਜਿਹੜੀ ਉੱਥੇ ਜੰਮੂ ਦੇ ਵਿੱਚ ਜਿਹਦਾ ਕਤਲ ਕਰ ਦਿੱਤਾ ਗਿਆ, ਉਹਦੀ ਇਨਸਾਫ ਦੀ ਲੜਾਈ ਵੀ ਦਾਸ ਵੱਲੋਂ ਜਿੰਨੀ ਕੋਸ਼ਿਸ਼ ਹੈਗੀ ਹੈ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਤਬਰੇਜ਼ ਖਾਨ, ਪਹਿਲੂ ਖਾਨ, ਕਿਸੇ ਨੂੰ ਗਾਂ ਲੈ ਕੇ ਜਾਣ ਦੇ ਸ਼ੱਕ ਦੇ ਵਿੱਚ ਮਾਰਿਆ ਜਾਂਦਾ, ਕਿਸੇ ਦਾ ਨਾਮ ਪੁੱਛ ਕੇ ਮਾਰਿਆ ਜਾਂਦਾ। ਆ ਪਿੱਛੇ ਜੇ ਭੋਪਾਲ ਦੇ ਵਿੱਚ ਤਾਂ ਬਲਕਿ ਇੱਕ ਭੰਵਰ ਲਾਲ ਜੈਨ, ਇੱਕ ਵਿਚਾਰਾ ਉਹ ਦਿਮਾਗੀ ਤੌਰ 'ਤੇ ਅਪਾਹਜ ਸੀਗਾ ਬੰਦਾ, ਉਹਨੂੰ ਕਹਿੰਦੇ ID ਕਾਰਡ ਦਿਖਾ ਵੀ ਤੂੰ ਸਾਨੂੰ ਸ਼ੱਕ ਹੈ ਤੂੰ ਮੁਸਲਮਾਨ ਹੈ, ਉਹਨੂੰ ਕੁੱਟ-ਕੁੱਟ ਕੇ ਮਾਰਤਾ। ਮੁਸਲਮਾਨ ਉੱਠਿਆ ਨਹੀਂ।
कोई बोलिया नहीं, विरोध नहीं किया। ठीक है, टैंपरेरी तौर के उपर जिस टाइम चपेड़ पैंदी है, जिस टाइम दर्द होंदा या गल के उपर निशान होंदा, बथेरा बोलते हाँ, बथेरा जाके असी सड़कों के उपर खड़ते हाँ, नारे मारते हैं, मगर भुल जाने, घरे आके बैठ जाने। मगर एक चीज़ है जो मुसलमानों के विच मैं देखी है कि 1992 ਦੇ ਵਿੱਚ एक मस्जिद शहीद हुई सी, बाबरी मस्जिद, ਜਿਹੜਾ ਤੁਸੀਂ सुनिया होएगा। बाबरी मस्जिद साडी करोड़ां मस्जिदों के विचों एक मस्जिद सीगी, इबादत गाह सी साडी, उत्थे नमाज पढ़ते सीगे, इबादत गाह सी, लखां करोड़ां मस्जिदों के विचों एक मस्जिद सी। वो धार्मिक स्थान नहीं सी साडा, मक्का नहीं सी, मदीना नहीं सी। मगर वो मस्जिद जदों शहीद की गई तो मैं मुसलमानों की एक गल ते थोड़ा जिहा मैं इतफाक रखदा, और मैनूं इस चीज़ ते फख्र है कि घट्टो घट्ट उन्हां फिरका परस्त ताकतां नूं दोबारा उन्होंने वोट नहीं पाई। उन्होंने दोबारा उन्हां फिरका परस्त ताकतां नूं वोट नहीं पाई। वो पिटदे रहे, उन्होंने मुसलमानों के खिलाफ उस चीज़ नूं लैके पोलराइजेशन की, सत्ता भी हासिल कर ली। मगर मुसलमानों की मैं फिर भी तारीफ करूँगा कि उन्होंने उन्होंने वोट नहीं पाई। मगर मैनूं सिख कौम के उपर एक शिकव है, ये साडा धार्मिक स्थान सी, और जिहड़ियां ताकतां ने, जिहड़ियां पार्टियां ने साडे धार्मिक स्थान के उपर आके हमले किए ने, असीं उहदी 2 वारी सरकार लई। मैनूं सारी जिंदगी शिकवा रहूगा अपनी सिख कौम को। ये सोचण दी लोड़ है। ठीक है, 1992 ਦੇ ਵਿੱਚ ਉੱਥੇ भी उस पार्टी का रोल सी बाबरी मस्जिद ਨੂੰ शहीद कराउंदे। मगर यूपी ਦੇ ਵਿੱਚ भी मुसलमानों का मैं फिर भी हो करूँगा, बहुत बड़ा वोट बैंक है, दोबारा उस पार्टी की सरकार नहीं आई। वो समझ गए सी भी पिछे कौन ने। इसलिए सानू समझण दी लोड़ है किहड़ियां ताकतां ने, ये किहड़े लोग ने, सानू किस तरीके नाल लड़ा रहे ने। जिहड़े मैं पहलां बुलारियां तो सुन के हटिया कि ये सानू जान के वंड दिंदे ने, अलग अलग मुद्दों के विच उलझा दिंदे ने। ये बिल्कुल सही उन्हां दी गल है। बिना स्ट्रैटजी तो जब तक तुहाडे कोल एक सही दिशा नहीं हैगी, दिशाहीन जंग कदे जित्ती नहीं जाती हुंदी, की गल याद रखियो। और इन्हां दी पॉलिसी यही है कि ये अगर तुहानू अपने पिछे नहीं ला सकते, इफ़ यू कांट कन्विंस दैम जस्ट कन्फ्यूज दैम, ये तुहानू कन्फ्यूज करके रखते हैं। इफ ये तुहानू अगर अपने मुताबिक नहीं ढाल सकते तो ये कन्फ्यूज करके तुहानू अलग अलग चीज़ों के विच वंड देणगे। मगर साडी अज दे दौर दे विच साडी प्राप्ति यही रहूगी कि जिहड़े साडे बुद्धिजीवी ने, जिहड़े इंटलैक्चुअल लोग ने, असीं उन्हां दे नाल बैठ के मशवरे करिए किस तरीके नाल, जिहड़ी ये टैक्नीकल तरीके दे नाल अगर कोई जंग लड़दे ने तो उन्होंने टैक्नीकल तरीके दे नाल ही उन्होंने जित्तिया जाऊगा, ਉਹਦੇ ਨਾਲ लड़िया जाऊगा। ਜਿਹੜੇ सामने आके ਜਿਹੜੇ सोचते हैं कि हैं 2 कौमां ने घट गिनतियां ਦੀਆਂ, मुस्लिम सिख, कि इन्हां नूं सामने आके नहीं लड़ के मारिया जा सकता, तो फिर वो साजिशां बनाउंदे ने। फिर वो साडे ਅੱਜ ਜਿਹੜੀਆਂ ਬੇਅਦਬੀਆਂ हो रही हैं पिछे जे पंजाब ਦੇ ਵਿੱਚ ਤੁਸੀਂ देखा होगा किस तरीके ਦੇ ਨਾਲ ਬੇਅਦਬੀਆਂ शुरू ਹੋਈਆਂ। क्यों कि इन्हां दा अकीदा कमज़ोर हो जाए। कुरान की बेअदबी हुई है मलेरकोटले दे विच, क्यों इन्हां दा अकीदा कमज़ोर हो जाए, अपने धर्म तो हट जान के। हाँ, क्योंकि हर बंदे दे दिमाग च एक जहन दे विच हुंदा कि हाँ ये धार्मिक ग्रंथ है साडा, या मंदिर मस्जिद गुरुद्वारा भी, ये एक ताकत है रूहानी, एक रब्बी ताकत है। जदों उहदी बेअदबी हुंदी है तो ये भी तुहाडे उपर एक साइकोलॉजिकली एक तुहाडे उपर प्रहार किया जाता है, तुहानूं एक तरह चोट की जाती है तुहाडे दिमाग के उपर कि तुहाडा अकीदा हटे। मगर असी किस तरीके दे नाल इस चीज़ां नाल नजिठना है। बिल्कुल जिहड़े पहलां साडे तो बुलारे बोल के गए ने, बहुत वधिया गल सी, उन्हां दा विचार थी एके दे बिना कुछ नहीं हो सकता। सारियां पंथक पार्टियां, पंथक जिहड़ियां धिरां ने इकट्ठे हो के बैठ के बंदी ਸਿੰਘਾਂ दी जिहड़ी रिहाई है वो बहुत अहम मसला है। और मैं मुसलमान होने के नाते मलेरकोटले की हादे नारे की धरती तो आके तुहानूं यकीन दिलाना कि जिथे भी कोई सिख कौम का ऐसा संघर्ष हो जिथे बंदी ਸਿੰਘਾਂ वास्ते, तो इंशाअल्लाह ताला मलेरकोटले तो मुबीन फारूकी मुस्लिम फैडरेशन पंजाब और मलेरकोटले का मुसलमान तुहाडे नाल खड़ा होगा इंशाअल्लाह। समा बहुत घट है, मैं मौके की नज़ाकत नूं और समय की पाबंदी नूं मुख रखते हुए अपनी गल नूं इत्थे ही खत्म करदा। तो मैं एक तुहानूं जरूर इंफॉर्मेशन दूँगा कि जदों ये साका होया सी, मेरी पैदाइश भी उही दिनां दी हुई है 1984 दी। और मैं बहुत बचपन तो कमज़ोर एक अपने आप नूं समझदा सीगा कि यार भी मैं बहुत डर महसूस हुंदा नहीं। मगर जिमें जिमें मैं हालातां दे विचों गुजरिया
ਔਰ ਮੈਂ ਸੋਚਿਆ ਕਿ ਇਹ ਕੀ ਚੀਜ਼ਾਂ 'ਚੋਂ ਮੈਂ ਕਿਵੇਂ ਗੁਜ਼ਰਿਆ। ਤਾਂ ਮੈਂ ਜਦੋਂ ਇਤਿਹਾਸ ਪੜ੍ਹਿਆ ਕਿ ਉਹ ਦੌਰ ਐਸਾ ਸੀਗਾ कि बस मैं एक लास्ट लाइना तो ख़त्म करूँगा कि क्या गर्म हवाओं का असर उस पे भला हो, वो फूल जो पतझड़ के ज़माने में खिला हो। वाहेगुरु जी का खालसा, वाहेगुरु जी की फतेह।